ਅਧਿਆਪਕ ਨੂੰ ਅਧਿਆਤਮਿਕ ਸਿੱਖਿਆ ਦੇਣੀ। ਇਨਸਾਨ ਦੀ ਉਮਰ ਛੋਟੀ ਹੋਵੇ ਜਾਂ ਵੱਡੀ ਹੋਵੇ, ਜੇਕਰ ਗਿਆਨ ਹੈ ਤਾਂ ਇਸ ਵਿੱਚ ਉਮਰ ਵਾਲੀ ਕੋਈ ਗੱਲ ਨਹੀਂ, ਅਤੇ ਜੇਕਰ ਪਰਮਾਤਮਾ ਦਾ ਗਿਆਨ ਛੋਟੀ ਜਿਹੀ ਉਮਰ ਵਿੱਚ ਹੀ ਹੈ ਤਾਂ ਉਸ ਉੱਤੇ ਵਾਹਿਗੁਰੂ ਜੀ ਦੀ ਬਹੁਤ ਕਿਰਪਾ ਹੋਈ ਹੈ। ਵਾਹਿਗੁਰੂ ਕਿਰਪਾ ਕਰ ਦਵੇ ਤਾਂ ਵਿਦਿਆਰਥੀ ਆਪਣੇ ਅਧਿਆਪਕ ਨੂੰ ਵੀ ਸਿੱਖਿਆ ਦੇ ਸਕਦਾ ਹੈ। ਜੇਕਰ ਈਸ਼ਵਰ ਕਿਰਪਾ ਕਰ ਦਵੇ ਤਾਂ ਪੱਥਰ ਵੀ ਬੋਲਣ ਲੱਗ ਜਾਂਦੇ ਹਨ। ਜੇਕਰ ਵਾਹਿਗੁਰੂ ਕਿਰਪਾ ਕਰ ਦਵੇ ਤਾਂ ਕੁਝ ਵੀ ਅਸੰਭਵ ਨਹੀਂ ਹੁੰਦਾ, ਅਤੇ ਜੇਕਰ ਵਾਹਿਗੁਰੂ ਕਿਰਪਾ ਕਰ ਦੇਵੇ ਤਾਂ ਛੋਟੀ ਉਮਰ ਦਾ ਬੱਚਾ ਇੱਕ ਵੱਡੀ ਉਮਰ ਦੇ ਪੜ੍ਹੇ ਲਿਖੇ ਆਦਮੀ ਨੂੰ ਵੀ ਪੜ੍ਹਾ ਸਕਦਾ ਹੈ। ਇੱਕ ਕਬੀਰ ਜੀ। ਨਬੀ ਇਬਰਾਹਿਮ ਦੀ ਚਲਾਈ ਹੋਈ ਮਰਿਆਦਾ ਸੁਨਨਤ ਹਰ ਇੱਕ ਮੁਸਲਮਾਨ ਨੂੰ ਕਰਨੀ ਜ਼ਰੂਰੀ ਹੈ। ਸ਼ਰਹਾ ਅਨੁਸਾਰ ਜਦੋਂ ਤੱਕ ਸੁਨਨਤ ਨਾ ਹੋਵੇ ਕੋਈ ਮੁਸਲਮਾਨ ਨਹੀਂ ਗਿਣਿਆ ਜਾਂਦਾ। ਕਬੀਰ ਜੀ 8 ਸਾਲ ਦੇ ਹੋ ਗਏ। ਨੀਰੋ ਜੀ ਨੂੰ ਉਹਨਾਂ ਦੇ ਜਾਣ ਪਹਿਚਾਣ ਵਾਲਿਆਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਸੁਨਨਤ ਕਰਵਾਈ ਜਾਵੇ। ਸੁਨਨਤ ਉੱਤੇ ਕਾਫੀ ਖਰਚ ਕੀਤਾ ਜਾਂਦਾ ਹੈ। ਸਾਰਿਆਂ ਦੇ ਜ਼ੋਰ ਦੇਣ ਉੱਤੇ ਅਖੀਰ ਸੁਨਨਤ ਦੀ ਮਰਿਆਦਾ ਨੂੰ ਪੂਰਾ ਕਰਨ ਲਈ ਉਹਨਾਂ ਨੇ ਖੁੱਲ੍ਹੇ ਹੱਥਾਂ ਵੱਲੋਂ ਸਾਰੀ ਸਾਮੱਗਰੀ ਖਰੀਦੀ। ਸਾਰਿਆਂ ਨੂੰ ਖਾਣ ਦਾ ਸੱਦਾ ਭੇਜਿਆ। ਨਿਸ਼ਚਿਤ ਦਿਨ ਉੱਤੇ ਇਸਲਾਮ ਦੇ ਮੁਖੀ ਮੌਲਵੀ ਅਤੇ ਕਾਜੀ ਵੀ ਇਕੱਠੇ ਹੋਏ। ਰਿਸ਼ਤੇਦਾਰ ਅਤੇ ਆਂਢ ਗੁਆਂਢ ਦੇ ਲੋਕ ਵੀ ਹਾਜ਼ਰ ਹੋਏ। ਸਾਰਿਆਂ ਦੀ ਹਾਜ਼ਰੀ ਵਿੱਚ ਕਬੀਰ ਜੀ ਨੂੰ ਕਾਜੀ ਦੇ ਕੋਲ ਲਿਆਇਆ ਗਿਆ। ਕਾਜੀ ਕੁਰਾਨ ਸ਼ਰੀਫ ਦੀਆਂ ਆਇਤਾਂ ਦਾ ਉਚਾਰਨ ਅਰਬੀ ਭਾਸ਼ਾ ਵਿੱਚ ਕਰਦਾ ਹੋਇਆ ਉਸਤਰੇ ਨੂੰ ਤਾਰ ਲਗਾਉਣ ਲੱਗਾ। ਉਸਦੀ ਹਰਕਤਾਂ ਵੇਖ ਕੇ ਕਬੀਰ ਜੀ ਨੇ ਕਿਸੇ ਸਿਆਣੇ ਦੀ ਤਰ੍ਹਾਂ ਉਸ ਤੋਂ ਪੁੱਛਿਆ, ਇਹ ਉਸਤਰਾ ਕਿਸ ਲਈ ਹੈ? ਤੁਸੀਂ ਕੀ ਕਰਨ ਜਾ ਰਹੇ ਹੋ? ਕਾਜੀ ਬੋਲਿਆ, ਕਬੀਰ, ਤੁਹਾਡੀ ਸੁਨਨਤ ਹੋਣ ਜਾ ਰਹੀ ਹੈ। ਸੁਨਨਤ ਦੇ ਬਾਅਦ ਤੈਨੂੰ ਮਿੱਠੇ ਚਾਵਲ ਮਿਲਣਗੇ ਅਤੇ ਨਵੇਂ ਕੱਪੜੇ ਪਹਿਨਣ ਨੂੰ ਮਿਲਣਗੇ। ਪਰ ਕਬੀਰ ਜੀ ਨੇ ਫਿਰ ਕਾਜੀ ਵੱਲੋਂ ਪੁੱਛਿਆ। ਹੁਣ ਮਾਸੂਮ ਬਾਲਕ ਦੇ ਮੂੰਹ ਵੱਲੋਂ ਕਿਵੇਂ ਅਤੇ ਕਿਉਂ ਸੁਣ ਕੇ ਕਾਜੀ ਦਾ ਦਿਲ ਧੜਕਿਆ, ਕਿਉਂਕਿ ਉਸਨੇ ਕਈ ਬੱਚਿਆਂ ਦੀ ਸੁਨਨਤ ਕੀਤੀ ਸੀ ਪਰ ਪ੍ਰਸ਼ਨ ਤਾਂ ਕਿਸੇ ਨੇ ਵੀ ਨਹੀਂ ਕੀਤਾ ਜਿਸ ਤਰ੍ਹਾਂ ਵੱਲੋਂ ਬਾਲਕ ਕਬੀਰ ਜੀ ਕਰ ਰਹੇ ਸਨ। ਕਾਜੀ ਨੇ ਪਿਆਰ ਵੱਲੋਂ ਜਵਾਬ ਦਿੱਤਾ ਕਿ ਵੱਡਿਆਂ ਦੁਆਰਾ ਚਲਾਈ ਗਈ ਮਰਿਆਦਾ ਉੱਤੇ ਸਾਰਿਆਂ ਨੂੰ ਚੱਲਣਾ ਹੁੰਦਾ ਹੈ। ਸਵਾਲ ਨਹੀਂ ਕਰਦੇ। ਜੇਕਰ ਸੁਨਨਤ ਨਾ ਹੋਵੇ ਤਾਂ ਉਹ ਮੁਸਲਮਾਨ ਨਹੀਂ ਬਣਦਾ। ਜੋ ਮੁਸਲਮਾਨ ਨਹੀਂ ਬਣਦਾ ਉਸ ਨੂੰ ਕਾਫਰ ਕਹਿੰਦੇ ਹਨ ਅਤੇ ਕਾਫਰ ਨੂੰ ਬਹਿਸ਼ਤ ਵਿੱਚ ਸਥਾਨ ਨਹੀਂ ਮਿਲਦਾ ਅਤੇ ਉਹ ਦੋਜ਼ਖ ਦੀ ਅੱਗ ਵਿੱਚ ਜਲਦਾ ਹੈ। ਦੋਜ਼ਖ ਨਰਕ ਦੀ ਅੱਗ ਵੱਲੋਂ ਬਚਣ ਲਈ ਇਹ ਸੁਨਨਤ ਕੀਤੀ ਜਾਂਦੀ ਹੈ। ਇਹ ਸੁਣ ਕੇ ਕਬੀਰ ਜੀ ਨੇ ਇੱਕ ਹੋਰ ਸਵਾਲ ਕੀਤਾ, ਕਾਜੀ ਜੀ, ਕੇਵਲ ਸੁਨਨਤ ਕਰਨ ਵੱਲੋਂ ਹੀ ਮੁਸਲਮਾਨ ਬਹਿਸ਼ਤ ਸਵਰਗ ਵਿੱਚ ਚਲੇ ਜਾਂਦੇ ਹਨ? ਕੀ ਉਹਨਾਂ ਨੂੰ ਨੇਕ ਕੰਮ ਕਰਨ ਦੀ ਜ਼ਰੂਰਤ ਨਹੀਂ? ਇਹ ਗੱਲ ਸੁਣ ਕੇ ਸਾਰੇ ਮੁਸਲਮਾਨ ਚੁੱਪੀ ਸਾਧ ਕੇ ਕਦੇ ਕਬੀਰ ਜੀ ਦੀ ਤਰਫ ਅਤੇ ਕਦੇ ਕਾਜੀ ਦੀ ਤਰਫ ਦੇਖਣ ਲੱਗੇ। ਕਾਜੀ ਨੇ ਆਪਣੇ ਗਿਆਨ ਵੱਲੋਂ ਕਬੀਰ ਜੀ ਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਕਬੀਰ ਜੀ ਨੇ ਸੁਨਨਤ ਕਰਨ ਵੱਲੋਂ ਸਾਫ਼ ਮਨਾਹੀ ਕਰ ਦਿੱਤਾ। ਮਨਾਹੀ ਨੂੰ ਸੁਣ ਕੇ ਲੋਕਾਂ ਦੇ ਪੈਰਾਂ ਦੇ ਹੇਠਾਂ ਦੀ ਜ਼ਮੀਨ ਖਿਸਕ ਗਈ। ਕਾਜੀ ਗੁੱਸੇ ਵੱਲੋਂ ਅੱਗ ਬਬੂਲਾ ਹੋ ਗਿਆ। ਕਾਜੀ ਅੱਖਾਂ ਵਿੱਚ ਗੁੱਸੇ ਦੇ ਅੰਗਾਰੇ ਕੱਢਦਾ ਹੋਇਆ ਬੋਲਿਆ, ਕਬੀਰ, ਜ਼ਰੂਰ ਕਰਨੀ ਹੋਵੇਗੀ, ਰਾਜਾ ਦਾ ਹੁਕਮ ਹੈ, ਨਹੀਂ ਤਾਂ ਕੌੜੇ ਮਾਰੇ ਜਾਣਗੇ। ਕਬੀਰ ਜੀ ਕੁਝ ਨਹੀਂ ਬੋਲੇ। ਉਹਨਾਂ ਨੇ ਅੱਖਾਂ ਬੰਦ ਕਰ ਲਈਆਂ ਅਤੇ ਸਮਾਧੀ ਲਗਾ ਲਈ। ਉਹਨਾਂ ਦੀ ਸਮਾਧੀ ਤੋੜਨ ਅਤੇ ਉਹਨਾਂ ਨੂੰ ਬੁਲਾਉਣ ਦਾ ਕਿਸੇ ਦਾ ਹੌਸਲਾ ਨਹੀਂ ਹੋਇਆ। ਹੌਲੀ ਹੌਲੀ ਉਹਨਾਂ ਦੇ ਬੁੱਲ ਹਿਲਣ ਲੱਗੇ ਅਤੇ ਉਹ ਬੋਲਣ ਲੱਗੇ, ਰਾਮ ਰਾਮ, ਅਤੇ ਬਾਣੀ ਉਚਾਰਨ ਕੀਤੀ। ਹਿੰਦੂ ਤੁਰਕ ਕਹਾਤੇ ਆਏ ਕਿਨੀ ਇਹ ਰਾਹ ਚਲਾਈ, ਦਿਲ ਮੈਂ ਸੋਚ ਵਿਚਾਰੀ ਕਵਾਦੇ ਪਿਸਤ ਦੋਜ਼ਖ ਕਿਨੇ ਪਾਈ। ਇੱਕ ਕਾਜੀ ਤੈ ਕਵਨ ਕਤੇ ਬਖਾਨੀ, ਪੜਤ ਗੁਨਤ ਐਸੇ ਸਭ ਮਾਰੇ ਕਿਨਹੂ ਖਬਰੇ ਨੰਨਾ ਜਾਨੀ। ਇੱਕ ਰਹਾਉ ਸਕਤੇ ਸਨੇਹੁ ਕਰ ਸੁਨਨਤੇ ਕਰੀਏ ਮੈਂ ਨੰਨਾ ਬਦਉਗਾ ਪਾਈ, ਜੋ ਰੇ ਖੁਦਾਏ ਮੋਹਿ ਤੁਰਕु करेगा आपन ही कट जाई। 2 सुन्नति किए तुर्कु जे होएगा औरत का क्या करिए, अरद शरीरी नार नन्ना छोड़े ताते हिंदू ही रही है। 3 छाड़ कतेब राम पज बौरे जुलम करत है पारी, कबीरे पकड़ी टेक राम की तुर्क रहे पचेहारी। 4 8 अंग 477 समझदारा ने समझ लिया कि बालक कबीर जी काजी नू कह रहे हन कि हे काजी जरा समझ ਤਾਂ ਸਹੀ ਕਿ ਹਿੰਦੂ ਅਤੇ ਮੁਸਲਮਾਨ ਕਿੱਥੋਂ ਆਏ ਹਨ। ਹੇ ਕਾਜੀ, ਤੂੰ ਕਦੇ ਇਹ ਨਹੀਂ ਸੋਚਿਆ ਕਿ ਸਵਰਗ ਅਤੇ ਨਰਕ ਵਿੱਚ ਕੌਣ ਜਾਵੇਗਾ? ਕਿਹੜੀ ਕਿਤਾਬ ਤੂੰ ਪੜ੍ਹੀ ਹੈ? ਤੁਹਾਡੇ ਜਿਵੇਂ ਕਾਜੀ ਪੜ੍ਹਦੇ ਹੋਏ ਹੀ ਮਰ ਗਏ ਪਰ ਰਾਮ ਦੇ ਦਰਸ਼ਨ ਉਹਨਾਂ ਨੂੰ ਨਹੀਂ ਹੋਏ। ਰਿਸ਼ਤੇਦਾਰਾਂ ਨੂੰ ਇਕੱਠੇ ਕਰਕੇ ਸੁਨਨਤ ਕਰਨਾ ਚਾਹੁੰਦੇ ਹੋ? ਮੈਂ ਕਦੇ ਵੀ ਸੁਨਨਤ ਨਹੀਂ ਕਰਵਾਣੀ। ਜੇਕਰ ਮੇਰੇ ਖੁਦਾ ਨੂੰ ਮੈਨੂੰ ਮੁਸਲਮਾਨ ਬਣਾਉਣਾ ਹੋਵੇਗਾ ਤਾਂ ਮੇਰੀ ਸੁਨਨਤ ਆਪਣੇ ਆਪ ਹੋ ਜਾਵੇਗੀ। ਜੇਕਰ ਕਾਜੀ ਤੁਹਾਡੀ ਗੱਲ ਮੰਨ ਵੀ ਲਈ ਜਾਵੇ ਕਿ ਮਰਦ ਨੇ ਸੁਨਨਤ ਕਰ ਲਈ ਅਤੇ ਉਹ ਸਵਰਗ ਵਿੱਚ ਚਲਾ ਗਿਆ, ਤਾਂ ਇਸਤਰੀ ਦਾ ਕੀ ਕਰੇਗਾ? ਜੇਕਰ ਇਸਤਰੀ ਯਾਨੀ ਜੀਵਨ ਸਾਥੀ ਨੇ ਕਾਫਰ ਹੀ ਰਹਿਣਾ ਹੈ ਤਾਂ ਹਿੰਦੂ ਹੀ ਰਹਿਣਾ ਚਾਹੀਦਾ ਹੈ। ਮੈਂ ਤਾਂ ਤੈਨੂੰ ਕਹਿੰਦਾ ਹਾਂ ਕਿ ਇਹ ਕਤੇਬਾਨ ਆਦਿ ਛੱਡ ਕੇ ਕੇਵਲ ਰਾਮ ਨਾਮ ਦਾ ਸਿਮਰਨ ਕਰ।
ਮੈਂ ਤਾਂ ਰਾਮ ਦਾ ਆਸਰਾ ਲਿਆ ਹੈ, ਇਸ ਲਈ ਮੈਨੂੰ ਕੋਈ ਚਿੰਤਾ ਫਿਕਰ ਨਹੀਂ। ਕਬੀਰ ਜੀ ਜਦੋਂ ਰਾਮ ਨਾਮ ਦਾ ਸਿਮਰਨ ਕਰ ਰਹੇ ਸਨ ਤਾਂ ਉਹਨਾਂ ਦੇ ਮੂਖ ਮੰਡਲ ਉੱਤੇ ਨਿਰਾਲਾ ਹੀ ਜਲਾਲ ਸੀ। ਉਸ ਜਲਾਲ ਨੂੰ ਵੇਖ ਕੇ ਕਾਜੀ ਦੀਆਂ ਅੱਖਾਂ ਚੌਂਧਿਆਂ ਗਈਆਂ। ਕਾਜੀ ਆਪੇ ਵੱਲੋਂ ਬਾਹਰ ਹੋ ਗਿਆ ਅਤੇ ਕੜਕਦੀ ਆਵਾਜ਼ ਵਿੱਚ ਬੋਲਿਆ, ਮੈਂ ਕੋਈ ਗੱਲ ਨਹੀਂ ਸੁਣਨਾ ਚਾਹੁੰਦਾ, ਸੁੰਨਤ ਕਰਵਾਣੀ ਹੀ ਪਵੇਗੀ। ਉਹ ਬੋਲਿਆ ਕਿ ਇਹ ਬਾਲਕ ਕਾਫਰ ਹੋ ਗਿਆ ਹੈ, ਇਸ ਨੂੰ ਫੜੋ। ਕਾਜੀ ਨੇ ਆਪਣਾ ਹੱਥ ਕਬੀਰ ਜੀ ਨੂੰ ਫੜਨ ਲਈ ਵਧਾਇਆ ਤਾਂ ਉਸ ਨੂੰ ਅਜਿਹਾ ਲੱਗਿਆ ਕਿ ਜਿਵੇਂ ਉਸਨੇ ਬਿਜਲੀ ਦੀ ਨੰਗੀ ਤਾਰ ਨੂੰ ਛੂ ਲਿਆ ਹੋਵੇ। ਉਸਨੇ ਡਰ ਦੇ ਮਾਰੇ ਹੱਥ ਖਹਿੜੇ ਪਿੱਛੇ ਹਟਾ ਲਿਆ। ਨੀਰਾ ਅਤੇ ਨੀਮਾ ਹੈਰਾਨ ਹੋਏ ਅਤੇ ਡਰ ਵੀ ਗਏ ਕਿਉਂਕਿ ਬਨਾਰਸ ਦਾ ਮੁਸਲਮਾਨ ਹਾਕਿਮ ਬਹੁਤ ਸਖਤ ਅਤੇ ਜ਼ਾਲਿਮ ਸੁਭਾਅ ਦਾ ਸੀ। ਜੇਕਰ ਉਸ ਨੂੰ ਪਤਾ ਲੱਗ ਗਿਆ ਤਾਂ ਉਹ ਸਜ਼ਾ ਦੇਵੇਗਾ। ਸਾਰੇ ਜੁਲਾਹੇ ਇੱਕ ਦੂਜੇ ਦੀ ਤਰਫ ਵੇਖ ਕੇ ਗੱਲਾਂ ਕਰਨ ਲੱਗੇ। ਨੀਰਾ ਨੇ ਅੱਗੇ ਆ ਕੇ ਕਬੀਰ ਜੀ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਸਮਝੇ ਹੋਏ ਨੂੰ ਕੌਣ ਸਮਝਾਏ। ਪ੍ਰਹਿਲਾਦ ਦੀ ਤਰ੍ਹਾਂ ਕਬੀਰ ਜੀ ਦੀ ਰਗ ਰਗ ਵਿੱਚ ਰਾਮ ਵਸ ਚੁੱਕਿਆ ਸੀ। ਉਹ ਤਾਂ ਇਨਸਾਨ ਨੂੰ ਇਨਸਾਨ ਬਣਾਉਣ ਆਏ ਸਨ। ਜਦੋਂ ਬਹੁਤ ਗੱਲ ਵੱਧ ਗਈ ਤਾਂ ਕਾਜੀ ਅਤੇ ਮੁੱਲਾਂ ਦੇ ਹੁਕਮ ਵੱਲੋਂ ਜ਼ਬਰਦਸਤੀ ਸੁੰਨਤ ਕਰਨ ਦੀ ਸਲਾਹ ਕੀਤੀ ਗਈ। ਇੱਥੇ ਇੱਕ ਹੋਰ ਕੌਤੁਕ ਹੋਇਆ। ਕਾਜੀ ਨੇ ਜਦੋਂ ਕਬੀਰ ਜੀ ਦੀ ਬਾਂਹ ਫੜੀ ਤਾਂ ਬਾਂਹ ਉਹਨਾਂ ਦੇ ਹੱਥ ਵਿੱਚ ਨਹੀਂ ਆਈ ਜਿਵੇਂ ਕਾਜੀ ਨੇ ਕਿਸੇ ਪਰਛਾਈ ਦੀ ਬਾਂਹ ਫੜ ਲਈ ਹੋਵੇ। ਇੰਨਾ ਕੁਝ ਹੋਣ ਉੱਤੇ ਵੀ ਕਾਜੀ ਉਸ ਈਸ਼ਵਰ ਵਾਹਿਗੁਰੂ ਦੀ ਸ਼ਕਤੀ ਨੂੰ ਨਹੀਂ ਪਹਿਚਾਣ ਪਾਇਆ ਕਿਉਂਕਿ ਉਹ ਝੂਠ ਦਾ ਪੈਰੇਕਾਰ ਸੀ। ਉਹ ਸ਼ਰਮਿੰਦਾ ਹੋਇਆ ਅਤੇ ਬੋਲਿਆ, ਕਬੀਰ ਕਿੱਥੇ ਗਿਆ? ਉਹਨੂੰ ਕੌਣ ਚੁੱਕ ਕੇ ਲੈ ਗਿਆ? ਮੈਂ ਅੰਗਾ ਤਾਂ ਨਹੀਂ ਹੋ ਰਿਹਾ। ਉਹ ਇਧਰ ਉੱਧਰ ਦੇਖਣ ਲਗਾ ਕਿਉਂਕਿ ਲੋਕਾਂ ਨੂੰ ਕਬੀਰ ਦੀ ਪਰਛਾਈ ਪ੍ਰਤੱਖ ਰੂਪ ਵਿੱਚ ਵਿਖਾਈ ਦੇ ਰਹੀ ਸੀ। ਉਹ ਸਾਰੇ ਹੰਸ ਪਏ ਜੋ ਕਬੀਰ ਜੀ ਨੂੰ ਰਾਮ ਭਗਤ ਸਮਝਦੇ ਸਨ। ਉਨ੍ਹਾਂ ਨੂੰ ਆਭਾਸ ਹੋ ਗਿਆ ਸੀ ਕਿ ਰਾਮ ਸ਼ਕਤੀ ਨੇ ਕਾਜੀ ਨੂੰ ਅੰਨਾ ਕਰ ਦਿੱਤਾ ਹੈ। ਹੌਲੀ ਹੌਲੀ ਕਬੀਰ ਜੀ ਦੀ ਪਰਛਾਈ ਗਾਇਬ ਹੋ ਗਈ। ਘਰ ਦੇ ਅਤੇ ਬਾਹਰ ਦੇ ਲੋਕ ਹੈਰਾਨੀ ਦੇ ਡੂੰਘੇ ਸਾਗਰ ਵਿੱਚ ਗੋਤੇ ਖਾਣ ਲੱਗੇ। ਕਾਜੀ ਆਪਣਾ ਪੱਲਾ ਝਾੜ ਕੇ ਨਿਕਲ ਗਿਆ ਅਤੇ ਜਾਂਦੇ ਜਾਂਦੇ ਕਹਿ ਗਿਆ ਕਿ ਉਹ ਹਾਕਿਮ ਵੱਲੋਂ ਇਸ ਦੀ ਸ਼ਿਕਾਇਤ ਕਰੇਗਾ ਕਿ ਉਸਦਾ ਨਿਰਾਦਰ ਹੋਇਆ ਹੈ। ਕਾਜੀ ਦੇ ਜਾਣ ਦੀ ਦੇਰ ਸੀ ਕਿ ਕਬੀਰ ਜੀ ਫਿਰ ਲੋਕਾਂ ਦੇ ਵਿੱਚ ਜ਼ਾਹਰ ਹੋ ਗਏ। ਉਨ੍ਹਾਂ ਨੇ ਸਾਰਿਆਂ ਦੀ ਤਰਫ ਵੇਖ ਕੇ ਕਿਹਾ, ਸਾਰੇ ਖੁਸ਼ੀਆਂ ਮਨਾਓ, ਜੋ ਕੁਝ ਪਕਾਇਆ ਹੈ ਉਸ ਨੂੰ ਖਾਓ, ਸੁੰਨਤ ਅਤੇ ਹਾਕਿਮ ਦਾ ਖਿਆਲ ਨਾ ਕਰੋ, ਰਾਮ ਭਲੀ ਕਰੇਗਾ। 2 ਰਵਿਦਾਸ ਜੀ 5 ਸਾਲ ਦੇ ਹੋ ਗਏ ਤਾਂ ਪਿਤਾ ਸੰਤੋਖਦਾਸ ਜੀ ਨੇ ਰਵਿਦਾਸ ਜੀ ਨੂੰ ਪੜਵਾਉਣ ਲਈ ਪੰਡਿਤ ਸ਼ਾਰਦਾਨੰਦ ਜੀ ਦੇ ਕੋਲ ਬਤਾਸ਼ੇ ਅਤੇ ਰੁਪਏ ਲੈ ਕੇ ਹਾਜ਼ਰ ਹੋਏ। ਪੰਡਿਤ ਜੀ ਨੇ ਰੁਪਏ ਲੈ ਲਏ ਅਤੇ ਬਤਾਸ਼ੇ ਬੱਚਿਆਂ ਵਿੱਚ ਵੰਡ ਦਿੱਤੇ ਅਤੇ ਕਿਹਾ ਕਿ ਤੁਸੀਂ ਚਿੰਤਾ ਨਾ ਕਰੋ, ਮੈਂ ਤੁਹਾਡੇ ਪੁੱਤ ਰਵਿਦਾਸ ਜੀ ਨੂੰ ਸਿੱਖਿਆ ਵਿੱਚ ਨਿਪੁੰਨ ਕਰ ਦੇਵਾਂਗਾ। ਪਿਤਾ ਸੰਤੋਖਦਾਸ ਜੀ ਬਾਲਕ ਰਵਿਦਾਸ ਜੀ ਨੂੰ ਦਾਖਿਲਾ ਦਿਲਵਾ ਕੇ ਵਾਪਸ ਆ ਗਏ। ਪੰਡਿਤ ਜੀ ਨੇ ਰਵਿਦਾਸ ਜੀ ਨੂੰ ਕੱਕਾ, ਖੱਖਾ, ਗੱਗਾ ਆਦਿ ਅੱਖਰ ਪੜ੍ਹਨ ਅਤੇ ਸਿੱਖਣ ਲਈ ਦਿੱਤੇ ਪਰ ਰਵਿਦਾਸ ਜੀ ਚੁੱਪਚਾਪ ਬੈਠੇ ਰਹੇ। ਇਹ ਵੇਖ ਕੇ ਪਾਠਸ਼ਾਲਾ ਦੇ ਸਾਰੇ ਵਿਦਵਾਨ ਪੰਡਤ ਆ ਗਏ ਅਤੇ ਕਹਿਣ ਲੱਗੇ, ਪਰ ਬਾਲਕ ਰਵਿਦਾਸ ਜੀ ਮਸਤ ਬੈਠੇ ਰਹੇ। ਸਭ ਕਹਿਣ ਲੱਗੇ, ਵੇਖੋ ਭਾਈ ਵਿਸਮਤ ਚਿੰਨ, ਇਸ ਨੀਚ ਕੁਲ ਦੇ ਬਾਲਕ ਦੀ ਕਿਸਮਤ ਵਿੱਚ ਕਿੱਥੇ ਵਿਦਿਆ ਹੈ ਅਤੇ ਇਸ ਨੂੰ ਵਿਦਿਆ ਦੀ ਸਾਰ ਹੀ ਕੀ ਹੈ, ਅਤੇ ਹੰਸਣ ਲੱਗ ਪਏ। ਪਰ ਉਹ ਇਹ ਨਹੀਂ ਜਾਣਦੇ ਸਨ ਕਿ ਸ਼੍ਰੀ ਰਵਿਦਾਸ ਜੀ ਤਾਂ ਕੁਦਰਤੀ ਵਿਦਿਆ ਪੜ੍ਹੇ ਹੋਏ ਸਨ। ਇਹਨਾਂ ਦੇ ਮਨ ਵਿੱਚ ਕੂਟ ਕੂਟ ਕੇ ਗਿਆਨ ਭਰਿਆ ਹੋਇਆ ਸੀ। ਰਵਿਦਾਸ ਜੀ ਨੇ ਸਭ ਤੋਂ ਪਹਿਲਾ ਸ਼ਬਦ ਉਚਾਰਨ ਕੀਤਾ। ਇਹ ਤੁਹਾਡੀ ਬਾਣੀ ਦਾ ਪਹਿਲਾ ਸ਼ਬਦ ਹੈ ਜੋ ਕਿ ਪਾਠਸ਼ਾਲਾ ਵਿੱਚ ਉਚਾਰਨ ਹੋਇਆ। ਰਾਮਕਲੀ ਬਾਣੀ ਰਵਿਦਾਸ ਜੀ ਕੀ ਸਤਿਗੁਰ ਪ੍ਰਸਾਦੇ, ਪੜ੍ਹੀਏ ਗੁਨੀਏ ਨਾਮੋ ਸਭ ਸੁਨੀਏ ਅਨਬੋ ਪਾਉ ਨੰਨਾ ਦਰਸੈ, ਲੋਹਾ ਕੰਚਨੋ ਹਿਰਨ ਹੋਏ ਕੈਸੇ ਜਾਉ ਪਾਰ ਸਹਿ ਨੰਨਾ ਪਰਸੈ, ਇੱਕ देव संशय गांठे नन्ना छूटे, काम करोध माया मद मत्सर इन पंचह मिल लुटे, एक रहाव हम बड़ कबि कुलीन हम पंडित हम जोगी सन्यासी, ज्ञानी गुनी सूर हम दाते ए बुध कबहे नन्ना नासी। 2 कहो रविदास सबे नहीं समझसे पूले परे जैसे बौरे, मोहे अदारु नामो नारायण जीवन प्राण तन मोरे। 3 एक अंग 973 मतलब कि भाई वेदा शास्त्रा पुराणा ਨੂੰ ਤੁਸੀਂ ਕਿੰਨਾ ਵੀ ਪੜੋ ਅਤੇ ਉਸਦੇ ਦਿੱਤੇ ਨਾਮਾਂ ਨੂੰ ਵਿਚਾਰੋ ਅਤੇ ਸੁਣੋ ਤਾਂ ਵੀ ਅਸਲੀ ਗਿਆਨ ਨਹੀਂ ਹੋ ਸਕਦਾ। ਜਿਸ ਤਰ੍ਹਾਂ ਲੋਹੇ ਨੂੰ ਭੱਟੀ ਵਿੱਚ ਕਿੰਨਾ ਵੀ ਗਰਮ ਕਰ ਲਓ, ਤਪਾ ਲਓ ਤਦ ਵੀ ਉਹ ਸੋਨਾ ਨਹੀਂ ਬਣ ਸਕਦਾ ਜਦੋਂ ਤੱਕ ਕਿ ਉਹ ਪਾਰਸ ਦੇ ਨਾਲ ਨਹੀਂ ਲੱਗੇ। ਜਨਮਾਂਤ ਜਮਾਂਤਰਾਂ ਦੀ ਜੋ ਦੁਨਿਆਵੀ ਗੰਧ ਦਿਲਾਂ ਵਿੱਚ ਬੰਦੀ ਹੋਈ ਹੈ ਉਹ ਪੜ੍ਹਨ ਅਤੇ ਸੁਣਨ ਵੱਲੋਂ ਨਹੀਂ ਖੁੱਲਦੀ। ਕੰਮ ਕਰੋਧ ਆਦਿ 5 ਮਜ਼ਮੂਨਾਂ ਨੇ ਮਨੁੱਖ ਨੂੰ ਲੁੱਟ ਲਿਆ ਹੈ। ਇਹ ਬਹੁਤ ਭਾਰੀ ਡਾਕੂ ਹਨ। ਤੁਹਾਨੂੰ ਇਹ ਅਹੰਕਾਰ ਹੈ ਕਿ ਤੁਸੀਂ ਵੱਡੇ ਕਵੀ ਹੋ, ਉੱਚੀ ਜਾਤੀ ਦੇ ਪੰਡਤ ਹੋ, ਬਹੁਤ ਭਾਰੀ ਜੋਗੀ ਅਤੇ ਸੰਨਿਆਸੀ ਹੋ,
ਤੁਸੀਂ ਸਾਰੇ ਵੇਦ ਪੜ੍ਹ ਲਏ ਪਰ ਕੁਮਤ ਯਾਨੀ ਕਿ ਅਹੰਕਾਰ ਰੂਪੀ ਬੁੱਧੀ ਦੂਰ ਨਹੀਂ ਹੋਈ। ਤੁਹਾਨੂੰ ਅਹੰਕਾਰ ਦਾ ਡਾਕੂ ਲੁੱਟੇ ਜਾ ਰਿਹਾ ਹੈ। ਰਵਿਦਾਸ ਜੀ ਕਹਿੰਦੇ ਹਨ ਕਿ ਤੁਸੀਂ ਸਭ ਮੂਰਖਾਂ ਦੀ ਤਰ੍ਹਾਂ ਭੁੱਲੇ ਹੋਏ ਹੋ। ਉਸੀ ਸਵਰ ਵਾਹਿਗੁਰੂ ਦੇ ਠੀਕ ਰਸਤੇ ਅਤੇ ਗਿਆਨ ਨੂੰ ਨਹੀਂ ਸਮਝਦੇ। ਮੈਨੂੰ ਕੇਵਲ ਇੱਕ ਨਾਰਾਇਣ ਯਾਨੀ ਕਿ ਈਸ਼ਵਰ ਦੇ ਨਾਮ ਦਾ ਹੀ ਆਸਰਾ ਹੈ, ਉਹੀ ਮੇਰੇ ਪ੍ਰਾਣਾਂ ਨੂੰ ਕਾਇਮ ਰੱਖਣ ਵਾਲਾ ਹੈ। ਕੇਵਲ ਵਿਦਿਆ ਪੜ੍ਹ ਕੇ ਹੀ ਈਸ਼ਵਰ ਦੀ ਪ੍ਰਾਪਤੀ ਨਹੀਂ ਸਮਝ ਲੈਣੀ ਚਾਹੀਦੀ ਹੈ। ਬਾਲਕ ਰਵਿਦਾਸ ਜੀ ਦੇ ਮੂੰਹ ਵੱਲੋਂ ਇਹ ਪਰਮਾਤਮਿਕ ਉਪਦੇਸ਼ ਸੁਣ ਕੇ ਸਾਰੇ ਉਹਨਾਂ ਦੇ ਅੱਗੇ ਝੁਕ ਗਏ ਅਤੇ ਸਾਰੇ ਇਕੱਠੇ ਬੋਲੇ ਕਿ ਇਹ ਬਾਲਕ ਤਾਂ ਈਸ਼ਵਰ ਵੱਲੋਂ ਹੀ ਸਾਰੀ ਸਿੱਖਿਆ ਲੈ ਕੇ ਆਇਆ ਹੈ। ਪੜ੍ਹੇ ਹੋਏ ਨੂੰ ਕੌਣ ਪੜ੍ਹਾਏ। ਤਦ ਪੰਡਿਤ ਜੀ ਨੇ ਇੱਕ ਨੌਕਰ ਨੂੰ ਭੇਜ ਕੇ ਪਿਤਾ ਸੰਤੋਖਦਾਸ ਜੀ ਨੂੰ ਬੁਲਾਇਆ ਅਤੇ ਉਸਨੂੰ ਸਾਰੀ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਇਹ ਤਾਂ ਪਹਿਲਾਂ ਵੱਲੋਂ ਹੀ ਸਭ ਕੁਝ ਪੜ੍ਹਿਆ ਹੋਇਆ ਹੈ। ਇਸ ਦੀ ਬੁੱਧੀ ਤਾਂ ਅਜਿਹੀ ਹੈ ਕਿ ਵੱਡੇ ਵੱਡੇ ਗਿਆਨੀ ਵਿਗਿਆਨੀ ਵੀ ਜਿੱਥੇ ਨਹੀਂ ਪਹੁੰਚ ਸਕਦੇ। ਇਸ ਲਈ ਇਸ ਬਾਲਕ ਨੂੰ ਪੜ੍ਹਾਉਣ ਦਾ ਸਾਡੇ ਵਿੱਚ ਸਾਮਰਥ ਨਹੀਂ ਹੈ। ਇਹ ਬਾਲਕ ਆਉਣ ਵਾਲੇ ਸਮਾਂ ਵਿੱਚ ਸੰਸਾਰ ਦਾ ਉद्धार ਕਰੇਗਾ। 3 ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ। ਜਦੋਂ ਨਾਨਕ ਜੀ 7 ਸਾਲ ਦੇ ਹੋਏ ਤਾਂ ਪਿਤਾ ਕਾਲੂ ਜੀ ਨੇ ਉਹਨਾਂ ਦੀ ਸਿੱਖਿਆ ਦਾ ਪ੍ਰਬੰਧ ਪੰਡਿਤ ਗੋਪਾਲ ਦਾਸ ਦੀ ਪਾਠਸ਼ਾਲਾ ਵਿੱਚ ਕਰ ਦਿੱਤਾ। ਨਾਨਕ ਜੀ ਆਪਣੇ ਸਹਪਾਠੀਆਂ ਦੇ ਨਾਲ ਨਿਤ ਦੇਵਨਾਗਰੀ ਦੀ ਵਰਣਮਾਲਾ ਸਿੱਖਣ ਲੱਗੇ। ਤੁਸੀਂ ਇੱਕ ਵਾਰ ਵਿੱਚ ਹੀ ਉਹ ਸਾਰਾ ਕੁਝ ਕੰਠਸਥ ਕਰ ਲੈਂਦੇ। ਦੂਜੇ ਬੱਚਿਆਂ ਨੂੰ ਇੱਕ ਇੱਕ ਅੱਖਰ ਸਿੱਖਣ ਵਿੱਚ ਕਈ ਦਿਨ ਲੱਗਦੇ। ਇਹ ਕਰਮ ਚੱਲਦਾ ਰਿਹਾ, ਜਿਸ ਦੇ ਨਾਲ ਪੰਡਿਤ ਜੀ ਨਾਨਕ ਦੇਵ ਜੀ ਦੀ ਪ੍ਰਤਿਭਾ ਵੱਲੋਂ ਬਹੁਤ ਪ੍ਰਭਾਵਿਤ ਹੋਏ। ਇੱਕ ਦਿਨ ਨਾਨਕ ਜੀ ਨੇ ਅਧਿਆਪਕ ਗੋਪਾਲ ਦਾਸ ਜੀ ਵੱਲੋਂ ਪ੍ਰਸ਼ਨ ਕੀਤਾ, ਤੁਸੀਂ ਜੋ ਮੈਨੂੰ ਅੱਖਰ ਸਿਖਾਏ ਹੋ ਉਹਨਾਂ ਦਾ ਮਤਲਬ ਵੀ ਸਿਖਾਵੋ। ਇਹ ਸੁਣ ਕੇ ਪੰਡਿਤ ਜੀ ਹੈਰਾਨ ਹੋ ਗਏ ਅਤੇ ਸੋਚਣ ਲੱਗੇ ਕਿ ਮੇਰੇ ਤੋਂ ਅਜਿਹਾ ਪ੍ਰਸ਼ਨ ਅੱਜ ਤੱਕ ਕਿਸੇ ਵਿਦਿਆਰਥੀ ਨੇ ਨਹੀਂ ਕੀਤਾ। ਪੰਡਿਤ ਨੇ ਕਿਹਾ, ਨਾਨਕ ਇਹ ਤਾਂ ਅੱਖਰ ਮਾਤਰ ਹਨ ਜੋ ਕਿ ਦੂਜੇ ਅੱਖਰਾਂ ਵੱਲੋਂ ਯੋਗ ਕਰ ਕਿਸੇ ਵਾਕ ਦੀ ਉਤਪੱਤੀ ਕਰਦੇ ਹਨ। ਹਾਂ, ਜੇਕਰ ਤੈਨੂੰ ਵਰਣਮਾਲਾ ਦੇ ਮਤਲਬ ਆਉਂਦੇ ਹੋਣ ਤਾਂ ਮੈਨੂੰ ਵੀ ਦੱਸੋ। ਨਾਨਕ ਜੀ ਕੱਕਾ ਅੱਖਰ ਸਾਨੂੰ ਗਿਆਨ ਦਿੰਦਾ ਹੈ ਕਿ ਕਕੇ ਕੇ ਸਪੁੰਡਰ ਜਬ ਹੁਏ ਵਿਨ ਸਾਬੁਣੇ ਉਜਲਿਆ, ਜਮ ਰਾਜੇ ਕੇ हेरु आए माया के संगल बांध लिया। राग आसा अंग 432। मतलब ਜਦੋਂ ਮਨੁੱਖ ਦੇ ਕੇਸ਼ ਬੁਢਾਪੇ ਦੇ ਕਾਰਨ ਬਿਨਾਂ ਸਾਬਣ ਪ੍ਰਯੋਗ ਕੀਤੇ ਸਫੇਦ ਹੁੰਦੇ ਹਨ ਤਾਂ ਮੰਨ ਲਓ ਯਮਰਾਜ ਦਾ ਸੁਨੇਹਾ ਮਿਲ ਰਿਹਾ ਹੈ, ਪਰ ਵਿਅਕਤੀ ਪ੍ਰਭੂ ਦਾ ਚਿੰਤਨ ਨਹੀਂ ਕਰ ਮਾਇਆ ਦੇ ਬੰਧਨਾਂ ਵਿੱਚ ਬੱਝਿਆ ਰਹਿੰਦਾ ਹੈ। ਗੋਪਾਲ ਪੰਡਿਤ ਹੈਰਾਨ ਹੋ ਕੇ ਪੁੱਤਰ ਨਾਨਕ ਕੀ ਤੂੰ ਵਰਣਮਾਲਾ ਦੇ ਸਾਰੇ ਅੱਖਰਾਂ ਦੇ ਮਤਲਬ ਜਾਣਦੇ ਹੋ। ਹਾਂ ਪੰਡਿਤ ਜੀ, ਮੈਂ ਤੁਹਾਨੂੰ ਸਾਰੇ ਅੱਖਰਾਂ ਦਾ ਆਤਮਕ ਮਤਲਬ ਦੱਸ ਸਕਦਾ ਹਾਂ ਕਿ ਇਹ ਸਾਨੂੰ ਕੀ ਗਿਆਨ ਦੇਣਾ ਚਾਹੁੰਦੇ ਹਨ। ਨਾਨਕ ਜੀ ਨੇ ਕਿਹਾ। ਇਸ ਪ੍ਰਕਾਰ ਨਾਨਕ ਜੀ ਨੇ ਕੁੱਲ ਵਰਣਮਾਲਾ ਦੇ ਆਤਮਕ ਮਤਲਬ ਕਰ ਦਿੱਤੇ। ਤਦ ਗੋਪਾਲ ਦਾਸ ਪੰਡਿਤ ਨਾਨਕ ਜੀ ਵੱਲੋਂ ਬਹੁਤ ਪ੍ਰਭਾਵਿਤ ਹੋਏ ਅਤੇ ਉਹਨਾਂ ਦੀ ਹੈਰਾਨੀ ਦਾ ਠਿਕਾਣਾ ਨਹੀਂ ਰਿਹਾ। ਉਹਨਾਂ ਨੇ ਨਾਨਕ ਜੀ ਵੱਲੋਂ ਪੁੱਛਿਆ, ਪੁੱਤਰ ਇਹ ਵਿਦਿਆ ਤੂੰ ਕਿੱਥੋਂ ਸਿੱਖੀ ਹੈ। ਤਦ ਨਾਨਕ ਜੀ ਚੁੱਪੀ ਸਾਧੇ ਰਹੇ। ਇਸ ਉੱਤੇ ਪੰਡਿਤ ਜੀ ਨੇ ਕਿਹਾ, ਪੁੱਤਰ ਨਾਨਕ ਕੱਲ ਤੂੰ ਆਪਣੇ ਨਾਲ ਆਪਣੇ ਪਿਤਾ ਜੀ ਨੂੰ ਮੇਰੇ ਕੋਲ ਲੈ ਆਉਣਾ। ਜਦੋਂ ਪਿਤਾ ਕਾਲੂ ਜੀ ਪੰਡਿਤ ਗੋਪਾਲ ਦਾਸ ਜੀ ਦੇ ਕੋਲ ਪਹੁੰਚੇ ਤਾਂ ਉਹਨਾਂ ਨੇ ਉਹਨਾਂ ਦਾ ਸ਼ਾਨਦਾਰ ਸਵਾਗਤ ਕੀਤਾ ਅਤੇ ਇੱਜ਼ਤ ਆਦਰ ਦੇ ਬਾਅਦ ਕਿਹਾ, ਮਹਿਤਾ ਕਲਿਆਣ ਚੰਦ ਜੀ, ਤੁਹਾਡਾ ਹੋਣਹਾਰ ਬਾਲਕ ਮੇਰੇ ਕੋਲ ਪੜ੍ਹ ਰਿਹਾ ਹੈ, ਇਸ ਲਈ ਮੈਂ ਗੌਰਵ ਅਨੁਭਵ ਕਰਦਾ ਹਾਂ। ਪੰਡਿਤ ਜੀ ਨੇ ਕਿਹਾ, ਮੈਂ ਤਾਂ ਚਾਹੁੰਦਾ ਹਾਂ ਕਿ ਇਸ ਨੂੰ ਕਿਸੇ ਗਿਆਨੀ ਪੁਰਖ ਵੱਲੋਂ ਸਿੱਖਿਆ ਦਿਲਵਾਈ ਜਾਂਦੀ ਤਾਂ ਅੱਛਾ ਸੀ, ਕਿਉਂਕਿ ਇਹ ਬਹੁਤ ਉੱਚੀ ਕੁਦਰਤ ਦਾ ਸਵਾਮੀ ਹੈ। ਲੇਕਿਨ ਮਹਿਤਾ ਕਾਲੂ ਜੀ ਨੇ ਵਾਰ-ਵਾਰ ਜ਼ੋਰ ਦੇ ਕੇ ਕਿਹਾ ਕਿ ਤੁਸੀਂ ਹੀ ਇਸ ਨੂੰ ਪੜ੍ਹਾਵੋ। ਤਦ ਪੰਡਿਤ ਜੀ ਨੂੰ ਉਹਨਾਂ ਦੀ ਗੱਲ ਮੰਨਣਾ ਪਈ। ਉਸ ਦਿਨ ਦੇ ਬਾਅਦ ਪੰਡਿਤ ਜੀ ਅਤੇ ਨਾਨਕ ਜੀ ਦੇ ਵਿੱਚ ਅਧਿਆਪਕ ਵਿਦਿਆਰਥੀ ਦਾ ਰਿਸ਼ਤਾ ਖਤਮ ਹੋ ਕੇ ਦੋਸਤੀ ਅਤੇ ਸਮਾਨਤਾ ਦੇ ਨਵੇਂ ਨਾਤੇ ਨੇ ਜਨਮ ਲਿਆ। ਹੁਣ ਨਾਨਕ ਜੀ ਅਤੇ ਪੰਡਿਤ ਜੀ ਵਿੱਚ ਆਤਮਕ ਚਰਚਾ ਹੁੰਦੀ। 10 ਸਾਲ ਦੀ ਉਮਰ ਹੁੰਦੇ ਨਾਨਕ ਜੀ ਨੇ ਪੰਡਿਤ ਜੀ ਵੱਲੋਂ ਪੂਰੀ ਤਰ੍ਹਾਂ ਵਿਦਿਆ ਪ੍ਰਾਪਤ ਕਰ ਲਈ। ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਪਾਠਸ਼ਾਲਾ ਵਿੱਚ 3 ਸਾਲ ਦੇ ਅੰਦਰ ਹੀ ਆਪਣੀ ਪ੍ਰਾਰੰਭਿਕ ਸਿੱਖਿਆ ਖਤਮ ਕਰ ਲਈ। ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਅੱਗੇ ਦੀ ਸਿੱਖਿਆ ਪੰਡਿਤ ਬ੍ਰਜ ਲਾਲ ਜੀ ਦੇ ਇੱਥੇ ਸ਼ੁਰੂ ਹੋ ਗਈ ਅਤੇ ਨਾਨਕ ਜੀ ਸੰਸਕ੍ਰਿਤ ਦੀ ਪੜ੍ਹਾਈ ਕਰਨ ਲੱਗੇ। 2 ਸਾਲ ਦੀ ਘੱਟ ਮਿਆਦ ਵਿੱਚ ਹੀ ਨਾਨਕ ਜੀ ਨੇ ਸਾਰੇ ਪ੍ਰਕਾਰ ਦੇ ਗ੍ਰੰਥਾਂ ਦੀ ਪੜ੍ਹਾਈ ਕੀਤੀ ਅਤੇ ਸ਼ਾਸਤਰਾਰਥ ਵੀ ਸਿੱਖ ਲਿਆ। ਪੰਡਿਤ ਬ੍ਰਜ ਲਾਲ ਜੀ ਨੂੰ ਨਾਨਕ ਜੀ ਦੀ ਪ੍ਰਤਿਭਾ ਉੱਤੇ ਕੋਈ ਹੈਰਾਨੀ ਨਹੀਂ ਹੋਈ, ਕਿਉਂਕਿ ਉਹਨਾਂ ਨੇ ਪੰਡਿਤ ਗੋਪਾਲ ਦਾਸ ਅਤੇ ਪੰਡਿਤ ਹਰਿਦਿਆਲ ਜੀ ਵੱਲੋਂ ਨਾਨਕ ਜੀ ਦੇ ਵਿਸ਼ਾ ਵਿੱਚ ਬਹੁਤ ਕੁਝ ਸੁਣ ਰੱਖਿਆ ਸੀ। ਉਹ ਅਤੇ ਖੁਸ਼ ਸਨ ਕਿ ਇਹ ਮੁੰਡਾ ਉਹਨਾਂ ਦਾ ਨਾਮ ਰੋਸ਼ਨ ਕਰੇਗਾ।